चल रही गुरबाणी शब्द की जो विचार है, जो गुरकिरपा द्वारा ਆਪਾਂ ਸਾਰੇ रल मिल के करते हाँ, जिन्नी कुछ सोझी गुरबाणी बख्शदी है, उन्नी के विचार की सांझ पाई जाती है। सो गुरकिरपा करे, ਵੱਧ ਤੋਂ ਵੱਧ गुरबाणी की सोझी बख्शे ਤੇ ਉਹ ਸੋਝੀ ਨੂੰ ਪ੍ਰਾਪਤ ਕਰਕੇ ਜੀਵਨ ਦੇ ਵਿੱਚ ਲਾਗੂ ਕੀਤੀ ਜਾਵੇ, ਸੋ ਜੀਵਨ ਸਫਲ ਹੋ ਜਾਵੇ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਆਪਾਂ ਵਿਚਾਰ ਕਰਾਂਗੇ, ਪਾਤਸ਼ਾਹ ਕਹਿੰਦੇ ਅਸੰਖ ਅਮਰ ਕਰ ਜਾਹੇ ਜੋਰ। ਕਿ ਅਸੰਖਾਂ ਹੀ ऐसे लोग ने ਜਾਂ ਪਿੱਛੇ ਸਨ ਜੋ ਆਪਣਾ ਹੁਕਮ ਚਲਾਉਂਦੇ। ਹਰ ਇੱਕ ਦੇ ਅੰਦਰ ਇਹ ਬਿਰਤੀ ਹੁੰਦੀ ਹੈ, ਇਹਨੂੰ ਰਜੋਗੁਣੀ ਬਿਰਤੀ ਕਹਿੰਦੇ। ਤਮੋਗੁਣੀ ਬਿਰਤੀ ਹੁੰਦੀ ਹੈ, ਇੱਕ ਸਤੋਗੁਣੀ ਬਿਰਤੀ ਹੁੰਦੀ ਹੈ। ਹਰ ਇੱਕ ਦੇ ਅੰਦਰ ਆਪੋ ਆਪਣੀ ਬਿਰਤੀ ਦਾ ਪ੍ਰਭਾਵ ਹੁੰਦਾ ਤੇ ਹਰ ਕੋਈ ਚਾਹੁੰਦਾ ਕਿ ਮੇਰਾ ਹੁਕਮ ਚੱਲੇ, ਮੇਰੀ ਆਗਿਆ ਅਨੁਸਾਰ ਸਾਰੇ ਰਹਿਣ। ਉਹ ਆਪੋ ਆਪਣੀ ਬੁੱਧੀ ਦੇ ਮੁਤਾਬਕ, ਅਕਲ ਦੇ ਮੁਤਾਬਕ ਉਹ ਤਰੀਕਾ ਅਪਣਾ ਲੈਂਦੇ। ਕੋਈ ਪੈਸੇ ਦੇ ਜ਼ੋਰ ਨਾਲ ਆਪਣਾ ਰਾਜ ਚਲਾਉਂਦਾ, ਕੋਈ ਬਾਹੂਬਲ ਦੇ ਨਾਲ, ਭਾਵ ਕਿ ਮਨੁੱਖੀ ਤਾਕਤ ਦੇ ਨਾਲ ਬਹੁਤ ਬੰਦੇ ਰੱਖੇ ਹੋਏ ਹੈ, ਜਾਂ ਫਿਰ ਕੋਈ ਕੂਟਨੀਤੀ ਹੈ ਜਿਹਨੂੰ ਰਾਜਨੀਤੀ ਕਹਿ ਦਿੰਦੇ, ਉਹਦੇ ਦੁਆਰਾ ਆਪਣਾ ਪ੍ਰਭਾਵ ਪਾਉਂਦਾ ਲੋਕਾਂ ਦੇ ਉੱਪਰ। ਸੋ ਹਰ ਕੋਈ ਆਪੋ ਆਪਣਾ ਦਾ ਵਰਤਦਾ ਤੇ ਆਪੋ ਆਪਣਾ ਹੁਕਮ ਚਲਾਉਣਾ ਚਾਹੁੰਦਾ। ਤੇ ਆਮ ਜਿਹੜੇ ਲੋਕ ਹੁੰਦੇ ਨੇ, ਉਹਨਾਂ ਦੇ ਅੰਦਰ ਭੈ ਪੈਦਾ ਹੋ ਜਾਂਦਾ, ਡਰ ਪੈਦਾ ਹੋ ਜਾਂਦਾ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੇ ਅਸੰਖਾਂ ਹੀ ਲੋਕ ਨੇ ਕਿ ਜਿਹੜੇ ਕਹਿੰਦੇ ਆ ਸਾਡਾ ਹੁਕਮ ਚੱਲੇ, ਜੋ ਅਸੀਂ ਕਹੀਏ ਉਹ ਹੋਵੇ। ਸੰਸਾਰੀ ਬਿਰਤੀ ਦੇ ਲੋਕ ਵੀ ਨੇ ਤੇ ਜਿਹੜੀ ਧਾਰਮਿਕ ਬਿਰਤੀ ਹੈ ਉਹਦੇ ਵਿੱਚ ਵੀ ਐਸੇ ਲੋਕ ਨੇ, ਉਹ ਸਤੋਗੁਣੀ ਬਿਰਤੀ ਵਾਲੇ ਹੈ। ਉਹਨਾਂ ਦਾ ਢੰਗ ਬਦਲਮ ਹੈ। ਸੋ ਉਹ ਵੀ ਆਪਣਾ ਹੁਕਮ ਚਲਾਉਂਦੇ ਹੈ। ਜਿਵੇਂ ਰਾਜੇ ਦੇ ਨਾਲ ਮਿਲ ਕੇ ਪੰਡਤ ਨੇ ਚਲਾਇਆ, ਪੰਡਤ ਰਾਜੇ ਨੂੰ ਅਵਤਾਰ ਕਹਿਣ ਲੱਗ ਪਏ ਤੇ ਰਾਜਾ ਪੰਡਤ ਨੂੰ ਗੁਰੂ ਕਹਿਣ ਲੱਗ ਪਏ। ਇਹ ਜੀ ਵਿਸ਼ਨੂੰ ਦਾ ਅਵਤਾਰ ਹੈ, ਇਹ ਰਾਮਚੰਦਰ ਜੀ ਦਾ ਅਵਤਾਰ ਹੈ, ਇਹ ਕ੍ਰਿਸ਼ਨ ਜੀ ਦਾ ਅਵਤਾਰ ਹੈ। ਬੜੀਆਂ ਬੜੀਆਂ ਉਪਾਧੀਆਂ ਦਿੱਤੀਆਂ ਜਾਂਦੀਆਂ ਨੇ। ਉਹ ਉਹਨੂੰ ਖੁਸ਼ ਕਰਦਾ। ਰਾਜਾ ਸੰਸਾਰ ਦੇ ਅੰਦਰ ਆਪਣੀ ਰਾਜ ਪ੍ਰਭਾ ਨੂੰ ਵਧਾਉਣ ਵਾਸਤੇ ਪੰਡਤ ਨੂੰ ਗੁਰੂ ਕਹਾਉਂਦਾ। ਪੰਡਤ ਗੁਰੂ ਬਣ ਕੇ ਲੋਕਾਂ ਦੇ ਉੱਪਰ ਆਪਣੋਂ ਆਪਣੇ ਨੇਮ ਲਾਗੂ ਕਰ ਦਿੰਦਾ। ਸੋ ਚੱਲਦਾ ਆ ਰਿਹਾ ਤੇ ਚੱਲਦਾ ਹੀ ਰਹੇਗਾ। ਇਹਨਾਂ ਦੇ ਵਿੱਚ ਇੱਕ ਐਸੀ ਕੈਟਾਗਰੀ ਆਉਂਦੀ ਹੈ ਜੋ ਧਾਰਮਿਕ ਪੁਰਸ਼ ਨੇ, ਨਿਰਾਕਾਰੀ, ਜਿਹੜੇ ਕਿਸੇ ਤੇ ਰਾਜ ਨਹੀਂ ਕਰਨਾ ਚਾਹੁੰਦੇ, ਜਿਹੜੇ ਆਖਦੇ ਹਨ ਰਾਜ ਪਰਮੇਸ਼ਰ ਦਾ ਚੱਲਦਾ, ਅਕਾਲ ਪੁਰਖ ਦਾ ਚੱਲਦਾ, ਆਪਾਂ ਸਾਰਿਆਂ ਨੇ ਉਹਦੇ ਰਾਜ ਵਿੱਚ ਚੱਲਣਾ, ਆਪਾਂ ਉਹਦੇ ਨੇਮ ਅਨੁਸਾਰ ਚੱਲਣਾ, ਰਲ ਕੇ ਰਹਿਣਾ, ਪ੍ਰੇਮ ਭਾਵਨਾ ਨਾਲ ਰਹਿਣਾ, ਇੱਕ ਦੂਸਰੇ ਦੀ ਮਦਦ ਕਰਨੀ ਹੈ, ਹਰ ਇੱਕ ਦੀ ਲੋੜ ਨੂੰ ਪੂਰਾ ਕਰਨਾ। ਸਾਂਝ ਹੋਣੀ ਚਾਹੀਦੀ ਹੈ ਗੁਣਾਂ ਦੀ, ਔਗਣਾਂ ਨੂੰ ਆਪਾਂ ਨੇ ਆਪਣੇ ਅੰਦਰੋਂ ਦੂਰ ਕਰਨਾ ਹੈ। ਉਹ ਜਦੋਂ ਆ ਕੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ, ਫਿਰ ਇਹਨਾਂ ਗੱਲਾਂ ਦੇ ਉੱਪਰ ਦੋ ਕੈਟਾਗਰੀਆਂ ਨੇ ਜਿਹੜੀਆਂ, ਇੱਕ ਰਾਜ ਸੱਤਾ ਵਾਲੀ, ਇੱਕ ਸੰਸਾਰੀ ਧਾਰਮਿਕ ਸੱਤਾ ਵਾਲੀ। ਇਹ ਦੋਨਾਂ ਦਾ ਟਕਰਾਅ ਹੋ ਜਾਂਦਾ ਹੈ।
ਕਿਉਂਕਿ ਜੇ ਤਾਂ ਸਾਰੇ ਰਲ ਕੇ ਰਹਿਣਗੇ ਫਿਰ ਤਾਂ ਰਾਜਾ ਹੀ ਨਹੀਂ ਕੋਈ ਬਣੂਗਾ ਇੱਥੇ। ਇਹ ਤਾਂ ਸਾਰੇ ਇੱਕੋ ਜਿਹੇ ਹੀ ਨੇ। ਉਹਦੀ ਰਾਜ ਸੱਤਾ ਜਾਂਦੀ ਹੈ ਤੇ ਪੰਡਤ ਦੀ ਗੁਰੂ ਪਦਵੀ ਜਾਂਦੀ ਹੈ। ਤੇ ਜਦੋਂ ਇਹ ਗੱਲ ਆਖੀ ਜਾ ਵੀ ਗੁਰੂ ਪਰਮੇਸ਼ਰ ਹੈ, ਹੋਰ ਕੋਈ ਵਿਅਕਤੀ ਗੁਰੂ ਨਹੀਂ ਹੁੰਦਾ, ਵਿਅਕਤੀ ਸਭ ਦਾਸ ਨੇ। ਦਾਤਾ ਪਰਮੇਸ਼ਰ ਹੈ, ਬਾਕੀ ਕੋਈ ਦਾਤਾ ਨਹੀਂ ਹੈ। ਫਿਰ ਉਹ ਦੋਨੇ ਧਿਰਾਂ ਨੂੰ ਤਕਲੀਫ ਤਾਂ ਹੋਵੇਗੀ। ਸੋ ਇਹ ਚੱਲਦਾ ਰਹਿੰਦਾ ਹੈ। ਫਿਰ ਇਹ ਉਸ ਜਿਹੜਾ ਨਿਰਾਕਾਰੀ ਧਾਰਮਿਕ ਪੁਰਸ਼ ਹੁੰਦਾ ਹੈ ਉਹਦੇ ਉੱਤੇ ਆਪਣਾ ਹੁਕਮ ਚਲਾਉਂਦੇ, ਪੰਡਿਤ ਵੀ ਚਲਾਉਂਦਾ, ਰਾਜਾ ਵੀ ਚਲਾਉਂਦਾ। ਰਾਜਾ ਉਹਨੂੰ ਭੈ ਦਿੰਦਾ ਕਿ ਤੈਨੂੰ ਮਰਵਾ ਦਿੱਤਾ ਜਾਵੇਗਾ, ਸਜ਼ਾਵਾਂ ਦਿੱਤੀਆਂ ਜਾਣਗੀਆਂ, ਜੇਲ੍ਹਾਂ ਵਿੱਚ ਡੱਕ ਦਿੱਤਾ ਜਾਵੇਗਾ। ਤੇ ਜਿਹੜਾ ਸੰਸਾਰੀ ਧਾਰਮਿਕ ਹੈ, ਗੁਰੂ ਹੈ, ਉਹ ਕਹਿੰਦਾ ਮੈਂ ਤੈਨੂੰ ਸਰਾਫ ਦੇ ਦੇਵਾਂਗਾ, ਤੇਰੀਆਂ ਕੁੱਲਾਂ ਨਾਸ ਹੋ ਜਾਣਗੀਆਂ, ਤੂੰ ਟੇਢੀਆਂ ਜੂਨਾਂ ਵਿੱਚ ਜਾਵੇਂਗਾ। ਉਹ ਉਹਨੂੰ ਉਸ ਤਰ੍ਹਾਂ ਦਾ ਭੈ ਦਿੰਦਾ, ਰਾਜਾ ਉਹਨੂੰ ਉਸ ਤਰ੍ਹਾਂ ਦਾ ਭੈ ਦਿੰਦਾ। ਪਰ ਉਹ ਦੋਨਾਂ ਦੇ ਵਿਚਾਲੇ ਖੜ ਕੇ ਇੱਕ ਗੱਲ ਆਖਦਾ ਕਿ ਨਾ ਤਾਂ ਮੈਂ ਕਿਸੇ ਟੇਢੀ ਜੂਨ ਤੋਂ ਡਰਦਾ, ਕਿਉਂਕਿ ਉਹ ਤਾਂ ਮੈਂ ਭੁਗਤੀ ਆਇਆ। ਹੁਣ ਉਹਨਾਂ ਦਾ ਮੈਨੂੰ ਕੋਈ ਭੈ ਨਹੀਂ ਹੈ, ਮੈਨੂੰ ਸਾਰੀ ਸੋਝੀ ਹੈ। ਤੇ ਨਾ ਮੈਂ ਇਹ ਸਰੀਰ ਤੇ ਤੋਂ ਡਰਦਾ ਵੀ ਜੇ ਤੁਸੀਂ ਮੇਰੇ ਸਰੀਰ ਨੂੰ ਕੋਈ ਸਜ਼ਾਵਾਂ ਦੇਵੋਗੇ ਤਾਂ ਮੇਰੀ ਆਤਮਾ ਨੂੰ ਕੋਈ ਸਜ਼ਾ ਮਿਲ ਜੂ। ਇਹ ਵੀ ਨਹੀਂ ਹੋ ਸਕਦਾ, ਕਿਉਂਕਿ ਮੈਂ ਇਸ ਚੀਜ਼ 'ਚੋਂ ਨਿਕਲ ਚੁੱਕਿਆ। ਤੇ ਤੁਹਾਡੀ ਦ੍ਰਿਸ਼ਟੀ ਤੋਂ ਸਰੀਰ ਹੈ, ਮੇਰੀ ਦ੍ਰਿਸ਼ਟੀ ਤੇ ਕੱਪੜਾ ਹੈ। ਜੇ ਕੱਪੜੇ ਨੂੰ ਕੁੱਟੀ ਜਾਵੋਗੇ ਤਾਂ ਜਿਹਦਾ ਕੱਪੜਾ ਉਹਨੂੰ ਕੋਈ ਤਕਲੀਫ ਨਹੀਂ। ਸੋ ਇਹ ਸਾਰੇ ਹੱਥ ਕੰਡੇ ਇਹਨਾਂ ਨੇ ਅਪਣਾ ਕੇ ਦੇਖੇ। ਪਾਤਸ਼ਾਹੀਆਂ ਦੇ ਉੱਪਰ ਵੀ, ਭਗਤ ਸਾਹਿਬਾਨਾਂ ਦੇ ਉੱਪਰ ਵੀ, ਬੇਅੰਤ ਗੁਰਸਿੱਖਾਂ ਦੇ ਉੱਪਰ ਵੀ ਕੋਈ ਨਹੀਂ ਇਹਨਾਂ ਦੇ ਪ੍ਰਭਾਵ ਹੇਠ ਆਇਆ। ਸੋ ਉਹਨਾਂ ਨੇ ਆਪਣੀ ਬੁਲੰਦ ਆਵਾਜ਼ ਦੇ ਵਿੱਚ ਸਪਸ਼ਟ ਆਖਿਆ ਕਿ ਜਿਹੜਾ ਹੁਕਮ ਹੈ ਉਹ ਪਰਮੇਸ਼ਰ ਦਾ ਹੀ ਹੈ, ਉਹੀ ਗੁਰੂ ਹੈ, ਉਹੀ ਰਾਜਾ, ਉਹਦਾ ਹੀ ਰਾਜ ਚੱਲਦਾ। ਸਾਨੂੰ ਸੰਸਾਰੀ ਰਾਜ ਦੀ ਕੋਈ ਖਾਸ ਐਡੀ ਇੱਛਾ ਨਹੀਂ ਹੈ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਸੋ ਉਹਨਾਂ ਦੇ ਕਹੇ ਹੋਏ ਬੋਲ ਜਿਹੜੇ ਸੰਸਾਰ ਦੇ ਵਿੱਚ ਅਸੰਖਾਂ ਹੀ ਨੇ ਅਮਰ ਕਰ ਜਾਹੇ ਜ਼ੋਰ ਵਾਲੇ, ਉਹਨਾਂ ਨੂੰ ਤਕਲੀਫ ਦਿੰਦੇ, ਦੁੱਖ ਪਹੁੰਚਾਉਂਦੇ। ਇਹ ਅਸੰਖਾਂ ਹੀ ਨੇ। ਪਾਤਸ਼ਾਹ ਕਹਿੰਦੇ, ਹੇ ਮੇਰੇ ਮਨਾ, ਇਸ ਗੱਲ ਤੋਂ ਬਚ ਕਿ ਤੂੰ ਕਦੇ ਵੀ ਕਿਸੇ ਦੇ ਉੱਪਰ ਹੁਕਮ ਨਹੀਂ ਕਰਨਾ। ਹੁਕਮ ਤਾਂ ਬੁੱਝਣ ਦਾ ਵਿਸ਼ਾ ਹੈ, ਹੁਕਮ ਬਾਰੇ ਤਾਂ ਜਾਣਨਾ ਹੈ, ਦੂਸਰਿਆਂ ਨਾਲ ਬੈਠ ਕੇ ਵਿਚਾਰਾਂ ਕਰਨੀਆਂ ਨੇ, ਸਲਾਹ ਕਰਨੀ ਹੈ ਕਿ ਆਪਾਂ ਹੁਕਮ ਦੇ ਅਨੁਸਾਰ ਚੱਲੀਏ, ਹੁਕਮ ਬੁੱਝੀਏ, ਹੁਕਮ ਨੂੰ ਜਾਣੀਏ। ਹੁਕਮ ਪਰਮੇਸ਼ਰ ਦਾ ਹੀ ਚੱਲਦਾ ਹੈ। ਦੂਜਿਆਂ ਨਾਲ ਬੈਠ ਕੇ ਆਦਾਨ ਪ੍ਰਦਾਨ ਕਰਨਾ ਹੈ, ਸਾਂਝ ਕਰਨੀ ਹੈ। ਜਿਹੜਾ ਹੁਕਮ ਪਰਮੇਸ਼ਰ ਦਾ ਚੱਲਦਾ ਹੈ, ਜ਼ੋਰ ਵਾਲਾ ਚੱਲਦਾ ਹੈ, ਤਾਣ ਵਾਲਾ ਚੱਲਦਾ, ਉਹਦੇ ਅਨੁਸਾਰ ਹੀ ਚੱਲਣਾ। ਸੋ ਪਾਤਸ਼ਾਹ ਕਹਿੰਦੇ, ਜੇ ਆਪਣੇ ਹੁਕਮ ਵਿੱਚ ਚੱਲੇਗਾ, ਆਪਣੀ ਇੱਛਾ ਰੱਖੇਗਾ, ਆਪਣੇ ਵੱਲੋਂ ਹੁਕਮ ਬਣਾ ਕੇ ਚੱਲੇਗਾ, ਫਿਰ ਪਾਤਸ਼ਾਹ ਕਹਿੰਦੇ ਹੁਕਮ ਕੀਏ ਮਨ ਭਾਵੰਦੇ, ਰਾਹ ਭੀੜਾ ਅੱਗੇ ਜਾ, ਫਿਰ ਰਸਤਾ ਭੀੜਾ ਹੁੰਦਾ ਚਲੇ ਜਾਣਾ। ਜੇ ਪਰਮੇਸ਼ਰ ਦੇ ਹੁਕਮ ਨਾਲ ਚੱਲੇਗਾ ਫਿਰ ਕੀ ਹੈ? ਹੁਕਮ ਬੂਝ ਪਰਮ ਪਦ ਪਾਈ, ਫਿਰ ਪਰਮ ਪਦ ਦੀ ਪ੍ਰਾਪਤੀ ਹੈ। ਹੇ ਮੇਰੇ ਮਨਾ, ਹੁਣ ਤੇਰੀ ਮਰਜ਼ੀ ਹੈ, ਤੂੰ ਕਿੱਧਰ ਨੂੰ ਚੱਲਣਾ। ਰਸਤੇ ਦੋਨੇ ਹੀ ਪਾਤਸ਼ਾਹ ਨੇ ਤੇਰੇ ਅੱਗੇ ਰੱਖਤੇ। ਜੇ ਤਾਂ ਆਪਣੇ ਭਾਣੇ 'ਚ ਚੱਲਣਾ ਤਾਂ ਦੇਖ ਲੈ, ਜੇ ਗੁਰ ਕੇ ਭਾਣੇ ਚੱਲਣਾ ਤਾਂ ਦੇਖ ਲੈ। ਸੋਖ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਸੋ ਵਿਛੜ ਚੋਟਾਂ ਖਾਵੇ। ਹੇ ਮੇਰੇ ਮਨਾ, ਹੁਣ ਤੇਰੇ ਤੇ ਆ ਕਿ ਤੂੰ ਕੀ ਕਰਨਾ। ਸੋ ਅਸੰਖਾਂ ਹੀ ਨੇ। ਪਾਤਸ਼ਾਹ ਕਹਿੰਦੇ, ਉਸ ਤੋਂ ਅਗਲਾ ਬਚਨ ਪਾਤਸ਼ਾਹ ਕਹਿੰਦੇ, ਅਸੰਖ ਗਲਵਡ ਹੱਤਿਆ ਕਮਾਹੀ। ਹੁਣ ਅਸੰਖਾਂ ਹੀ ਲੋਕ ਨੇ ਜੋ ਗਲ ਵੱਢ ਦਿੰਦੇ ਆ।
ਅਸਲ ਵਿੱਚ ਗਲ ਵੱਢ ਤੋਂ ਭਾਵ ਕੀ ਹੈ ਕਿ ਜੋ ਕਿਸੇ ਦੀ ਮੱਤ ਨੂੰ ਮਾਰ ਦੇਵੇ। ਜਿਵੇਂ ਰਾਜਾ ਸੀ ਤੇ ਪੰਡਤ ਸੀ, ਇਹਨਾਂ ਨੇ ਦੋਨੇ ਹੱਥ ਕੱਢ ਅਪਣਾਏ। ਜਿਹੜਾ ਕੋਈ ਸਰੀਰ ਦੇ ਵਿੱਚ ਰਹਿ ਕੇ ਸੱਚ ਦੀ ਗੱਲ ਕਰਦਾ ਸੀ, ਹੁਕਮ ਦੀ ਗੱਲ ਕਰਦਾ ਸੀ, ਉਹਨਾਂ ਨੇ ਸਰੀਰ ਤੋਂ ਵੀ ਧੜ ਤੇ ਸਿਰ ਵੱਖਰੇ ਕਰ ਦਿੱਤੇ। ਆਮ ਮਨੁੱਖਤਾ ਦੀ ਜਿਹੜਾ ਸੱਚ ਦੀ ਕੋਈ ਇੱਛਾ ਰੱਖਦਾ ਸੀ ਜਾਂ ਸੱਚ ਬਾਰੇ ਕੁਝ ਕਹਿਣਾ ਚਾਹੁੰਦਾ ਸੀ, ਤੇ ਪੰਡਤ ਨੇ ਉਹਦੀ ਆਵਾਜ਼ ਹੀ ਬੰਦ ਕਰ ਦਿੱਤੀ, ਉਹਦੀ ਗੱਲ ਨੂੰ ਹੀ ਰੱਦ ਕਰ ਦਿੱਤਾ, ਭਰਮ ਹੀ ਇੰਨਾ ਪਾ ਦਿੱਤਾ, ਡਰਾ ਹੀ ਇੰਨਾ ਦਿੱਤਾ, ਉਹ ਸੱਚ ਕਹਿਣੋਂ ਚੁੱਪ ਕਰ ਗਏ। ਅਸੰਖ ਗਲ ਵੱਢ ਹੱਤਿਆ ਕਮਾਹੇ, ਕਿ ਉਹਨਾਂ ਦੀ ਮੱਤ ਹੀ ਮਾਰ ਦਿੱਤੀ, ਅਕਲ ਹੀ ਮਾਰ ਦਿੱਤੀ, ਗਿਆਨ ਦੀ ਥਾਂ ਤੇ ਅਗਿਆਨ ਦੇ ਦਿੱਤਾ। ਕੋਈ ਬੰਦਾ ਗਿਆਨ ਦੀ ਇੱਛਾ ਰੱਖਦਾ, ਉਹਦਾ ਗਿਆਨ ਦੀ ਇੱਛਾ ਖਤਮ ਕਰਕੇ ਉਹਨੂੰ ਭਰਮ ਚ ਪਾ ਦੇਣਾ, ਇਹ ਗੁਰਮਤਿ ਵਿੱਚ ਗਲ ਵੱਢ ਹੈ, ਇਹ ਹੱਤਿਆ ਹੈ। ਉਹਦੀ ਹੱਤਕ ਕਰ ਦੇਣੀ, ਉਹਨੂੰ ਖਤਮ ਹੀ ਕਰ ਦੇਣਾ, ਉਹਨੂੰ ਸੋਚਣ ਤੇ ਮਜਬੂਰ ਹੀ ਕਰ ਦੇਣਾ ਵੀ ਤੂੰ ਇਸ ਭਰਮ 'ਚ ਹੀ ਜੀਵਨ ਬਤੀਤ ਕਰ। ਤੇ ਬੰਦਾ ਡਰ ਜਾਂਦਾ। ਅੱਜ ਵੀ ਸਾਡੇ ਧਰਮ ਦੇ ਵਿੱਚ ਕਿੰਨੇ ਰੌਲੇ ਹੈ, ਸਿੱਖ ਮੱਤ ਵਿੱਚ ਕਿੰਨੇ ਹੀ ਨੇ। ਅਸੀਂ ਛਿੱਕ ਮਾਰੀ ਤੋਂ ਡਰਦੇ ਹਾਂ, ਜੁੱਤੀ ਪੁੱਠੀ ਹੋਵੇ ਤਾਂ ਅਸੀਂ ਡਰਦੇ ਹਾਂ, ਪਿੱਛੋਂ ਕੋਈ ਆਵਾਜ਼ ਮਾਰ ਦੇਵੇ ਤਾਂ ਅਸੀਂ ਡਰਦੇ ਹਾਂ, ਖਾਲੀ ਟੋਕਰਾ ਮੱਥੇ ਲੱਗ ਜਾਵੇ ਘਰੋਂ ਨਿਕਲ ਲੱਗਿਆ ਤਾਂ ਅਸੀਂ ਡਰਦੇ ਹਾਂ। ਕਿੰਨੇ ਕਿੰਨੇ ਭਰਮ ਪੈਦਾ ਹੋਏ। ਬਿੱਲੀ ਰਸਤੇ 'ਚੋਂ ਲੰਘ ਗਈ, ਇਹ ਕਿਹਦੇ ਪਾਏ? ਇਹ ਜਿਹੜੇ ਸੰਸਾਰੀ ਧਾਰਮਿਕ ਲੋਕ ਸੀ। ਇਹਨਾਂ ਦੇ ਉੱਪਰ ਜੇ ਕੋਈ ਸਵਾਲ ਕਰਦਾ ਵੀ ਐਂ ਹੁੰਦਾ, ਉਹ ਡਰਾ ਦਿੰਦੇ, ਨਹੀਂ ਜੀ ਫਲਾਣੇ ਗ੍ਰੰਥਾਂ 'ਚ ਐਂ ਲਿਖਿਆ। ਪਹਿਲਾਂ ਤੋਂ ਹੀ ਮੰਨਦੇ ਆਉਂਦੇ ਆ, ਵੱਡੇ ਵੱਡੇ ਸਾਧੂ ਸੰਤ ਮੰਨਦੇ ਆਉਂਦੇ ਆ, ਉਹ ਬੰਦਾ ਡਰ ਜਾਂਦਾ। ਉਹਨਾਂ ਨੂੰ ਸੱਚ ਕਹਿਣ ਦੀ ਜ਼ਰੂਰਤ ਹੀ ਨਹੀਂ ਪੈਣ ਦਿੰਦੇ, ਡਰਾ ਕੇ ਰੱਖਦੇ। ਸੱਚ ਤੋਂ ਦੂਰ ਕਰ ਦੇਣਾ, ਝੂਠ ਮਾਇਆ ਵਿੱਚ ਫਸਾ ਦੇਣਾ, ਇਹ ਗਲ ਵੱਢ ਹੈ, ਇਹ ਹੱਤਿਆ। ਕਿਸੇ ਦੇ ਸਰੀਰ ਨੂੰ ਖਤਮ ਕਰ ਦੇਣਾ, ਇਹ ਸੰਸਾਰੀ ਹੱਤਿਆ ਤਾਂ ਹੈ। ਸੰਸਾਰ 'ਚ ਤਾਂ ਇਹ ਗੱਲ ਮੰਨੀ ਜਾਂਦੀ ਵੀ ਕਿਸੇ ਦਾ ਸਰੀਰ ਨੂੰ ਵੱਢਤਾ, ਪਰ ਸੱਚਖੰਡ ਦੇ ਅੰਦਰ ਜਿਹੜੀ ਹੱਤਿਆ ਮੰਨੀ ਜਾਂਦੀ ਆ, ਉਹ ਕਿਸੇ ਦੇ ਅੰਦਰੋਂ ਸੱਚ ਨਾ ਪੈਦਾ ਹੋਣ ਦੇਣਾ, ਤੇ ਜਾਂ ਕੋਈ ਸੱਚ ਦੀ ਗੱਲ ਕਹੇ ਉਹਦੀ ਸੱਚ ਦੀ ਗੱਲ ਨੂੰ ਹੀ ਰੱਦ ਕਰ ਦੇਣਾ। ਉਹ ਸੱਚਖੰਡ ਵਿੱਚ ਆਤਮਿਕ ਤੌਰ ਤੇ ਹੱਤਿਆ ਗਿਣੀ ਜਾਂਦੀ ਹੈ। ਇੱਥੇ ਸਰੀਰ ਨੂੰ ਜੇ ਕੋਈ ਤਕਲੀਫ ਦੇਵੇ ਉਹਦੀ ਹੱਤਿਆ ਗਿਣੀ ਜਾਂਦੀ ਹੈ। ਤੇ ਫਿਰ ਇੱਥੇ ਸੰਸਾਰ ਵਿੱਚ ਤਾਂ ਇਸ ਤਰ੍ਹਾਂ ਵੀ ਚੱਲਦਾ, ਕਈ ਸਰੀਰ ਦੀ ਹੱਤਿਆ ਵੀ ਕਰ ਦਿੰਦੇ ਆ, ਵੱਢ ਵੀ ਦਿੰਦੇ ਆ, ਤਾਂ ਫਿਰ ਬਚ ਬੁੱਝ ਜਾਂਦੇ ਆ। ਨਾਲੇ ਪਤਾ ਹੁੰਦਾ ਵੀ ਇਹਨਾਂ ਨੇ ਵੱਢੇ ਤਾਂ ਵੀ ਮੁੱਕਰ ਜਾਂਦੇ ਆ, ਵਕੀਲ ਮੁੱਕਰ ਜਾਂਦੇ ਆ, ਪੈਸਾ ਲੈ ਲੈਂਦੇ ਆ, ਗਵਾਹ ਮੁੱਕਰ ਜਾਂਦੇ ਆ। ਪਰ ਹੇ ਮੇਰੇ ਮਨਾ, ਜਿਹੜੀ ਆਤਮਿਕ ਤੌਰ ਤੇ ਹੱਤਿਆ ਹੁੰਦੀ ਆ, ਉੱਥੇ ਨਹੀਂ ਮੁੱਕਰ ਹੋਣਾ। ਉੱਥੇ ਨਹੀਂ ਕਿਸੇ ਦੀ ਗਵਾਹੀ ਮੁੱਕਰਨੀ ਹੈਗੀ, ਉੱਥੇ ਤਾਂ ਸਾਰਾ ਕੁਝ ਸਾਹਮਣੇ ਹੋ ਰਿਹਾ। ਉੱਥੇ ਤਾਂ ਖਰੇ ਖਜ਼ਾਨੇ ਪੈਣੇ ਆ, ਉੱਥੇ ਖੋਟ ਬਾਹਰ ਮਾਰਨੀ, ਉੱਥੇ ਸੱਚੋ ਹੀ ਸੱਚ ਨਿਬੜਨਾ। ਇੱਥੇ ਸੰਸਾਰ 'ਚ ਗੱਲ ਕੁਛ ਹੋਰ ਹੈ। ਇਹ ਮਾਇਆ ਦੀ ਖੇਡ ਹੈ, ਉਹ ਅਸਲੀਅਤ ਹੈ, ਸੱਚ ਹੈ। ਸੋ ਇਸੇ ਤਰ੍ਹਾਂ ਹੀ ਹੋਵੇਗਾ, ਪਾਤਸ਼ਾਹ ਕਹਿੰਦੇ। ਪਰ ਉੱਥੇ ਇਹ ਨਹੀਂ ਗੱਲ ਚੱਲਦੀ ਹੈਗੀ ਵੀ ਕਿਸੇ ਨੂੰ ਲੈ ਦੇ ਕੇ ਮੁਕਰਾ ਦਿਓ। ਉੱਥੇ ਸੱਚੋ ਹੀ ਸੱਚ ਨੇ ਬੜਾ ਚੁਣ ਵਕਤ ਕੱਢੇ ਜਮਾਤੇ। ਇੱਥੇ ਸੰਸਾਰੀ ਸਰੀਰ ਦੀ ਸਜ਼ਾ ਹੈ, ਉੱਥੇ ਨਿਰਾਕਾਰੀ ਸਰੀਰ ਦੀ ਸਜ਼ਾ ਹੈ। ਨਿਰਾਕਾਰੀ ਸਰੀਰ ਗਲ ਹੈ, ਸੱਚ 'ਤੇ ਚੱਲਣਾ ਜਾਂ ਚੱਲਣ ਲਈ ਸਿੱਖਿਆ ਲੈਣੀ। ਸੰਸਾਰੀ ਸਰੀਰ ਨਾਲ ਜੁੜੇ ਧਾਰਮਿਕ ਆਗੂ, ਸੰਤ, ਬਾਬੇ, ਪਤਾ ਨਹੀਂ ਕਿੰਨਿਆਂ ਕੁ ਨੇ ਸਿਰ ਵੱਢ ਦਿੱਤੇ, ਕੋਈ ਪਤਾ ਨਹੀਂ। ਕੂੜ ਡੋਬੇ ਪੂਰ, ਪਾਤਸ਼ਾਹ ਕਹਿੰਦੇ। ਕਰਮ ਕਾਂਡ ਵਿੱਚ ਫਸਾ ਦਿੱਤੇ। ਜਿਵੇਂ ਪੰਡਤ ਨੇ ਮੂਰਤੀ ਪੂਜਣ ਲਾ ਦਿੱਤਾ, ਹੁਣ ਮੂਰਤੀ ਜੜ ਹੈ ਤੇ ਪੂਜਣ ਵਾਲਾ ਚੇਤਨ ਹੈ। ਇਹ ਹੈ ਗਲ ਵੱਢ, ਹੱਤਿਆ ਕਮਾਈ। ਕਮਾਹੇ ਸ਼ਬਦ ਹੈ, ਹੁਣ ਵੀ ਕਮਾ ਰਹੇ ਹਨ, ਚੱਲ ਰਿਹਾ ਕੰਮ ਇਹ। ਦਸਵੇਂ ਪਾਤਸ਼ਾਹ ਵੀ ਕਹਿੰਦੇ ਆ, ਕਾਹੇ ਪੂਜਤ ਹੈ ਪਸ ਪਾਹਨ ਮੇ ਪਰਮੇਸ਼ਰ ਨਾ ਹੈ। ਚੇਤਨ ਦੇ ਅੰਦਰ ਹੈ ਸਾਰਾ ਕੁਝ, ਉਹ ਛੱਡਤਾ,
ਅੱਜ ਸਿੱਖ ਮੱਤ ਵਿੱਚ ਵੀ ਇਹ ਪ੍ਰਭਾਵ ਆਮ ਦਿਸਦਾ ਹੈ। ਇਹ ਕਰਮਕਾਂਡ ਹੀ ਹੈ। ਆਤਮਾ ਦੀ ਗੱਲ ਛੱਡ ਕੇ ਸਰੀਰ ਤੇ ਲੈ ਆਂਦੀ, ਗੱਲ ਗੁਰਬਾਣੀ ਦੀ ਅਰਥ ਬਦਲ ਦਿੱਤੇ। ਜਿਵੇਂ ਕਿਸੇ ਵੇਲੇ ਪੰਡਤ ਨੇ ਵੇਦ ਦੇ ਅਰਥ ਬਦਲੇ ਸਨ, ਤਾਂ ਹੀ ਸ੍ਰੀ ਪਾਤਸ਼ਾਹ ਕਬੀਰ ਸਾਹਿਬ ਨੇ ਆਖਿਆ, ਕਿਉਂਕਿ ਕਬੀਰ ਸਾਹਿਬ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਅਰਥ ਬਦਲੇ। ਪਾਹਨ ਬੋਡੀ ਪ੍ਰਥਮੀ ਪੰਡਤ ਪਾੜੀ ਬਾਟ, ਇਸੇ ਕਰਕੇ ਹੀ ਲਿਖਿਆ ਨਾ ਵੀ ਪੰਡਤ ਨੇ ਰਸਤਾ ਬਦਲਿਆ। ਭਾਵ ਰਸਤਾ ਹੀ ਬਦਲ ਦਿੱਤਾ, ਸੱਚ ਛੱਡਤਾ, ਝੂਠ ਨੂੰ ਸੱਚ ਬਣਾ ਕੇ ਸਮਝਾ ਦਿੱਤਾ ਕਿ ਲੋਕ ਮੰਨਦੇ। ਹੁਣ ਬਹੁਤ ਚਿਰ ਤਾਂ ਹੋ ਗਿਆ ਝੂਠ ਨੂੰ ਸੱਚ ਮੰਨਦੇ ਹੋਇਆਂ ਨੂੰ ਵੀ, ਤੇ ਜੇ ਕਿਸੇ ਨੇ ਆ ਕੇ ਸੱਚ ਦੱਸਿਆ ਵੀ ਕਿ ਭਾਈ ਇਹ ਝੂਠ ਹੈ, ਤਾਂ ਵੀ ਅਸੀਂ ਸੱਚ ਨਹੀਂ ਮੰਨ ਸਕਦੇ, ਕਿਉਂਕਿ ਸਾਡੇ ਤਾਂ ਅੰਦਰੋਂ ਵਸੀ ਹੋਈ ਗੱਲ ਹੈ। ਤੇ ਜਾਂ ਕੋਈ ਆ ਕੇ ਇੱਥੇ ਹੁਣ ਨਿਰਾ ਪੂਰਾ ਸੱਚ ਹੀ ਆਖੇ ਵੀ ਭਾਈ ਜਿਹੜਾ ਕੋਈ ਤੁਸੀਂ ਕੀਤਾ ਹੈ ਗਲਤ ਕਰਦੇ ਹੋ, ਧਾਰਮਿਕ ਲੋਕ ਤਾਂ ਲੋਕ ਉਹ ਧਾਰਮਿਕ ਜਿਹੜੇ ਮੰਨਦੇ ਆ ਉਹਦੇ ਵਿਰੋਧੀ ਹੋ ਜਾਣਗੇ। ਉਸ ਵੇਲੇ ਵੀ ਇਹੀ ਕੁਛ ਸੀ। ਗੁਰੂ ਨਾਨਕ ਸਾਹਿਬ ਨੇ ਆਖਿਆ ਹੀ ਸੀ ਸੱਚ, ਕਬੀਰ ਸਾਹਿਬ ਜੀ ਨੇ ਸੱਚ ਆਖੇ ਸੀ, ਉਹਨਾਂ ਨੂੰ ਦੋਏ ਸ਼ਬਦ ਵਰਤੇ ਗਏ। ਕੁੱਤਾ ਕਹਿੰਦੇ ਸੀ ਕਬੀਰ ਸਾਹਿਬ ਨੂੰ ਵੀ ਇਹਦਾ ਕੁੱਤਾ ਹੈ, ਕੁੱਤੇ ਵਾਂਗੂ ਭੌਂਕਦਾ, ਅੱਜ ਵੀ ਕਹਿ ਦਿੰਦੇ ਆ ਲੋਕ। ਤੇ ਕਬੀਰ ਸਾਹਿਬ ਨੇ ਕਿਹਾ ਵੀ ਹਾਂ, ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੀਵਰੀ ਜਹ ਕਿੰਚੇ ਤੇ ਜਾਓ। ਕਹਿੰਦੇ ਬਿਲਕੁਲ ਸਹੀ ਗੱਲ ਹੈ, ਕੁੱਤਾ ਤਾਂ ਹਾਂ ਪਰ ਰਾਮ ਦਾ, ਬੋਲੂੰਗਾ ਸੱਚੀ। ਇਹੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਕਹੇ ਭੂਤਨਾ ਕੋ ਕਹੇ ਵਿਤਾਲਾ। ਕੋਈ ਕਹਿੰਦੇ ਸੀ ਨੂੰ ਭੂਤ ਚਿੰਬੜ ਗਿਆ, ਕੋਈ ਕਹਿੰਦੇ ਤਾਲ ਤੋਂ ਖੁੰਝ ਗਿਆ, ਕੋਈ ਕਹਿੰਦਾ ਪਾਗਲ ਹੈ। ਉਸ ਵੇਲੇ ਦੀ ਦਿਸ਼ਾ ਸੀ, ਅੱਜ ਗੱਲ ਹੋਰ ਹੈ, ਉਸ ਵੇਲੇ ਸੀ। ਅੱਜ ਵੀ ਜੇ ਕੋਈ ਨਿਰਾ ਪੂਰੀ ਗੁਰਬਾਣੀ ਦੀ ਕਰੂਗਾ, ਨਿਰੀ ਗੱਲ ਆਤਮਾ ਦੀ ਕਰੂਗਾ, ਉਹਦੇ ਤੇ ਵੀ ਇਹ ਫਤਵਾ ਜਾਰੀ ਹੋਊਗਾ ਹੀ ਹੋਊਗਾ, ਕਿਉਂਕਿ ਉਹਨਾਂ ਨੇ ਲੋਕਾਂ ਨੂੰ ਰੋਕਣਾ ਵੀ ਤੁਹਾਡਾ ਗਲ ਵੱਢ ਹੁੰਦਾ। ਅੱਜ ਵੀ ਪਤਾ ਨਹੀਂ ਕਿੰਨੇ ਅੱਖ ਦਾ ਗਲ ਵੱਢ ਹੋ ਰਿਹਾ। ਜਿਹੜੇ ਸਿੱਖ ਮੱਤ ਦੇ ਅਨੁਯਾਈ ਨੇ ਉਹਨਾਂ ਦਾ ਵੀ ਵੱਢ ਹੋ ਰਿਹਾ। ਉਹਨਾਂ ਦੇ ਕੋਲ ਵੀ ਸ਼ਬਦਾਂ ਦੇ ਅਰਥ ਗਲਤ ਨੇ। ਕਥਾ ਕਹਾਣੀਆਂ ਇਹੋ ਜਿਹੀਆਂ ਸੁਣ ਲਈਆਂ, ਉਹ ਹੁਣ ਦਿਮਾਗ 'ਚੋਂ ਨਿਕਲਦੀਆਂ ਨਹੀਂ। ਉਹਨਾਂ ਕਥਾ ਕਹਾਣੀਆਂ ਨੂੰ ਸੁਣ ਕੇ ਅੰਦਰ ਗੱਲ ਬੈਠ ਗਈ ਵੀ ਸਾਡੇ ਨਾਲ ਵੀ ਐਂ ਹੋਊਗਾ, ਵੀ ਜਦੋਂ ਉਹਦੇ ਤੇ ਇਸ ਤਰ੍ਹਾਂ ਗੁਰੂ ਸਾਹਿਬ ਕਿਰਪਾ ਕਰ ਸਕਦੇ, ਸਾਡੇ ਤੇ ਵੀ ਹੋਊਗੀ, ਅਸੀਂ ਵੀ ਉਵੇਂ ਕਰੀਏ। ਹੁਣ ਉਵੇਂ ਹੋ ਤਾਂ ਰਿਹਾ ਨਹੀਂ। ਫਿਰ ਮਨ 'ਚ ਆਉਂਦਾ, ਉਹ ਵੀ ਦਬ ਵੀ ਆਵਾਜ਼ 'ਚ ਗੱਲ ਕਰਦੇ ਆ ਵੀ ਠੀਕ ਹੈ ਜੀ, ਲੱਗੇ ਹੋਏ ਆ, ਹੁੰਦਾ ਤਾਂ ਹੈ ਨਹੀਂ, ਚਲੋ ਸ਼ਾਇਦ ਹੋ ਹੀ ਜਾਵੇ, ਗੁਰੂ ਸਾਹਿਬ ਕਿਰਪਾ ਕਰੀ ਦੇਣ। ਇਹ ਨਹੀਂ ਮੰਨਦੇ ਕਿ ਨਹੀਂ ਹੋਇਆ, ਕਿਉਂਕਿ ਡਰਦੇ ਵੀ ਜੇ ਇਹ ਗੱਲ ਕਹਿਤੀ ਵੀ ਕਿਰਪਾ ਹੀ ਨਹੀਂ ਹੋਈ, ਵਾਲਾ ਕਹਿੰਦਾ ਫਿਰ ਤੂੰ ਇੰਨਾ ਚਿਰ ਕਿਉਂ ਕਰਦਾ ਰਿਹਾ। ਫਿਰ ਜਿਨ੍ਹਾਂ ਨੇ ਨਾ ਕੀਤੀ ਫਿਰ ਉਹਨੇ ਊਂ ਡਰਾਇਆ ਵੀ ਤੇਰੀ ਸ਼ਰਧਾ ਨਹੀਂ ਸੀ, ਤੇਰੀ ਭਾਵਨਾ ਨਹੀਂ ਸੀ, ਤੇਰੇ ਮਾੜੇ ਕਰਮ ਨੇ, ਤੇਰੇ ਪਾਪ ਨੇ। ਉਹ ਅਗਲਾ ਡਰਦਾ ਹੀ ਨਹੀਂ ਬੋਲਦਾ। ਅਗਲੇ ਚੁੱਪ ਹੋ ਕੇ ਆਪਣਾ ਜੀਵਨ ਬਤੀਤ ਕਰਦੇ ਵੀ ਆਪਾਂ ਨੇ ਕੀ ਲੈਣਾ ਜੀ, ਚਲੋ ਛੱਡੋ ਖਹਿੜਾ। ਸੋ ਇਸ ਤਰੀਕੇ ਨਾਲ ਸਾਰਾ ਜੀਵਨ ਜਦੋਂ ਬਤੀਤ ਕਰਕੇ ਚਲੇ ਜਾਂਦੇ, ਫਿਰ ਜਦੋਂ ਗਾਂਹ ਪਾਣਾ ਵਰਤਦਾ ਫਿਰ ਬਹੁਤ ਦੁਖੀ ਹੁੰਦੇ। ਇਹੀ ਗੱਲ ਪਾਤਸ਼ਾਹੀਆਂ ਨੇ, ਭਗਤ ਸਾਹਿਬਾਨਾਂ ਨੇ ਕਿਹਾ ਸੀ ਵੀ ਤੁਸੀਂ ਗਲਤ ਕਰਦੇ, ਤੁਸੀਂ ਇਹਨਾਂ ਦਾ ਰਸਤਾ ਕਿਉਂ ਖੋਟਾ ਕਰਦੇ ਹੋ। ਤੁਹਾਨੂੰ ਨਹੀਂ ਪਤਾ, ਤੁਸੀਂ ਇਹਨੂੰ ਸਿੱਧਾ ਕਹੋ ਵੀ ਭਾਈ ਸਾਨੂੰ ਇਸ ਗੱਲ ਦੀ ਸੋਝੀ ਨਹੀਂ ਹੈ, ਤੁਸੀਂ ਪ੍ਰਾਪਤ ਕਰੋ। ਇਹ ਜਿਹੜਾ ਜੀਵਨ ਹੈ ਬੜਾ ਬੇਸ਼ਕੀਮਤ ਜੀਵਨ ਹੈ, ਇਹ ਬਾਰ-ਬਾਰ ਨਹੀਂ ਮਿਲਦਾ ਹੁੰਦਾ। ਤੁਸੀਂ ਉਹਦੀ ਰਜ਼ਾ ਵਿੱਚ ਰਹਿਣਾ ਸਿੱਖੋ, ਉਹਦੇ ਭਾਣੇ ਵਿੱਚ ਰਹਿਣਾ ਸਿੱਖੋ, ਆਪਣੇ ਆਪ ਨੂੰ ਵਿਚਾਰੋ, ਕਿਸੇ ਦਾ ਗਲ ਨਾ ਵੱਢੋ। ਪਤਾ ਨਹੀਂ ਕਿੰਨੇ ਕਦੇ ਗਲ ਵੱਢ ਹੁੰਦੇ। ਇੱਕ ਬੱਚਾ ਹੈ, ਉਹ ਡਾਕਟਰ ਬਣਨਾ ਚਾਹੁੰਦਾ ਹੈ, ਉਹਨੂੰ ਉਹਦਾ ਟੀਚਰ ਕਹੇ ਵੀ ਤੂੰ ਡਾਕਟਰ ਨਹੀਂ ਬਣ ਸਕਦਾ, ਤੇਰੇ 'ਚ ਤਾਂ ਕੁਆਲਿਟੀ ਨਹੀਂ, ਤੈਨੂੰ ਤਾਂ ਅਕਲ ਹੈ ਨਹੀਂ, ਤੇਰਾ ਤਾਂ ਦਿਮਾਗ ਹੈ ਨਹੀਂ, ਤੂੰ ਇੱਧਰ ਨੂੰ ਚੱਲ, ਤੂੰ ਚੋਰ ਬਣ, ਸੌਖਾ ਕੰਮ ਹੈ, ਪੈਸੇ ਬਹੁਤ ਆ, ਜੇ ਫੜਿਆ ਜਾਏਗਾ ਤੇ 4 ਪੈਸੇ ਦਿੱਤੇ ਪੁਲਿਸ ਨੂੰ ਫੇਰ ਛੁੱਟ ਜਾਣਾ, ਨਾ ਕੋਈ ਬਹੁਤੀ ਪੜ੍ਹਾਈ ਦੀ ਲੋੜ ਹੈ। ਉਹਦਾ ਰਸਤਾ ਬਦਲ ਦੇ। ਤੇ ਧਾਰਮਿਕ ਲੋਕ ਵੀ ਕਹਿੰਦੇ ਅੱਗੇ ਕਿਹੜਾ ਜੀ ਕਿਸੇ ਨੇ ਦੇਖਿਆ, ਇੱਥੇ ਹੀ ਹੈ ਸਭ ਕੁਛ,
ਤੇ ਜਾਂ ਉਹ ਕਹਿਣਗੇ ਵੀ ਇੱਥੇ ਸਾਨੂੰ ਦਾਨ ਪੁੰਨ ਕਰੋ, ਅਗਲੇ ਜਨਮ 'ਚ ਤੁਹਾਨੂੰ ਮਿਲੂਗਾ। ਵੀ ਕੀਤਾ ਦਾ ਦਾਨ ਹੋਣਾ ਹੈ, ਦੁਖੀ ਤਾਂ ਅਸੀਂ ਹੋਣਾ ਹੈ, ਜਨਮ ਸਾਨੂੰ ਅਗਲਾ ਮਿਲੂਗਾ, ਫਿਰ ਉੱਥੇ ਜਾ ਕੇ ਵਸਤੂ ਮਿਲੂਗੀ, ਫਿਰ ਸਾਨੂੰ ਉਹਦਾ ਕੀ ਫਾਇਦਾ। ਜਦ ਕਿ ਗੁਰਬਾਣੀ 'ਚ ਬਚਨ ਪਾਤਸ਼ਾਹ ਦਾ ਪਿਆ ਕਿ ਮੂਏ ਹੂਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ। ਲੋਕ ਕਹਿੰਦੇ ਅਸੀਂ ਤਾਂ ਨਹੀਂ ਮੰਨਦੇ, ਵੀ ਸਾਨੂੰ ਤਾਂ ਹੋਣ ਚਾਹੀਦਾ। ਡੂਬ ਮੂਏ ਜੇ ਨੌਕਾ ਮਿਲੇ, ਉਹ ਕਹਿੰਦੇ ਫਿਰ ਉਹਦਾ ਕੀ ਫਾਇਦਾ, ਜੀ ਡੁੱਬੀ ਗਏ ਫਿਰ ਕਿਸ਼ਤੀ ਮਿਲਣੀ ਹੈ। ਸਾਰਾ ਕੁਝ ਗੁਰਬਾਣੀ 'ਚ ਲਿਖਿਆ, ਪਰ ਹੇ ਮੇਰੇ ਮਨਾ ਤੂੰ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਤੂੰ ਗੁਰਬਾਣੀ ਤੋਂ ਨਹੀਂ ਕੁਝ ਵੀ ਸੁਣ ਕੇ ਰਾਜੀ। ਤੂੰ ਬਾਹਰੋਂ ਕਥਾ ਕਹਾਣੀਆਂ ਸੁਣ ਕੇ ਉਹਨਾਂ ਤੇ ਭਰੋਸਾ ਜ਼ਰੂਰ ਕਰਦਾ, ਪਰ ਜੋ ਗੁਰਬਾਣੀ ਕਹਿੰਦੀ ਉਹ ਤੇ ਭਰੋਸਾ ਨਹੀਂ ਕਰਦਾ। ਤੇ ਜਿੰਨਾ ਚਿਰ ਹੇ ਮੇਰੇ ਮਨਾ ਤੂੰ ਗੁਰਬਾਣੀ ਤੇ ਭਰੋਸਾ ਨਹੀਂ ਨਾ ਕਰਦਾ, ਉਹਨਾਂ ਚਿਰ ਤਾਂ ਫਿਰ ਤੂੰ ਵੀ ਗਲ ਵੱਢੀ ਹੋ, ਤੇਰਾ ਆਪ ਦਾ ਹੀ ਗਲ ਵੱਢ ਹੁੰਦਾ। ਆਪਣਾ ਆਪ ਵੀ ਤੂੰ ਰੋਜ਼ ਗਲ ਵੱਢਦਾ। ਤੈਨੂੰ ਪਤਾ ਵੀ ਗੁਰਬਾਣੀ ਕਹਿੰਦੇ ਝੂਠ ਨਹੀਂ ਬੋਲਣਾ, ਫਿਰ ਤੂੰ ਕਿਉਂ ਬੋਲਦਾ? ਇਹ ਗੱਲ ਨਹੀਂ ਵੱਢਿਆ, ਆਪਣਾ ਹੀ ਵੱਢਿਆ। ਗੁਰਬਾਣੀ ਕਹਿੰਦੀ ਕਿਸੇ ਦਾ ਬੁਰਾ ਨਹੀਂ ਸੋਚਣਾ, ਪਰ ਕਾ ਬੁਰਾ ਨਾ ਰੱਖੋ ਚੀਤ। ਕਿਉਂ ਰੱਖਦਾ ਚਿੱਤ 'ਚ ਕਿਸੇ ਦਾ ਬੁਰਾ? ਜੇ ਤੂੰ ਕੁਛ ਕਰ ਹੀ ਨਹੀਂ ਸਕਦਾ, ਫਿਰ ਤੂੰ ਕਿਉਂ ਰੱਖਦਾ? ਇਹ ਕੀ ਹੈ? ਇਹ ਗੱਲ ਨਹੀਂ ਵੱਢਿਆ, ਗੱਲ ਕੱਟੀ ਨਹੀਂ ਗਈ, ਗੁਰਬਾਣੀ ਦੀ ਗੱਲ ਕੱਟੀ ਨਹੀਂ। ਤਾਂ ਕਿਸੇ ਬਾਰੇ ਨਾ ਦੇਖ, ਤੂੰ ਆਪਣੇ ਅੰਦਰ ਦੇਖ। ਸੋ ਪਾਤਸ਼ਾਹ ਨੇ ਹੇ ਮੇਰੇ ਮਨਾ ਹਰ ਇੱਕ ਪੱਖ ਤੋਂ ਸਮਝਾਇਆ ਕਿ ਅਸੰਖਾਂ ਹੀ ਲੋਕ ਨੇ ਜਿਹੜੇ ਗਲ ਵੱਢ ਹੱਤਿਆ ਕਮਾ ਰਹੇ ਹਨ, ਜਿਹਨੂੰ ਪਤਾ ਹੀ ਨਹੀਂ ਕਿ ਅਸੀਂ ਕਰਨਾ ਕੀ ਹੈ ਤੇ ਕਰਨਾ ਨਹੀਂ। ਮਨ 'ਚ ਅੰਦਰ ਹੈ ਸੱਚ ਦੀ ਭੁੱਖ ਹੈ, ਪਰ ਸੱਚ ਬਾਰੇ ਪਤਾ ਕੁਛ ਨਹੀਂ। ਜਿਨ੍ਹਾਂ ਕੋਲ ਜਾ ਕੇ ਸੱਚ ਦੀ ਭੁੱਖ ਜ਼ਾਹਰ ਕਰਦੇ ਆ, ਉਹਨਾਂ ਦੇ ਆਪ ਦੇ ਅੰਦਰ ਸੱਚ ਨਹੀਂ ਹੈ, ਉਹ ਉਹਨਾਂ ਨੂੰ ਆਪਣੇ ਵਾਲਾ ਝੂਠ ਦੱਸ ਦਿੰਦੇ ਆ, ਉਹਦੇ ਅਨੁਸਾਰ ਉਹ ਜੀਵਨ ਬਤੀਤ ਕਰੀ ਜਾਂਦੇ। ਸੋ ਇਹਨਾਂ ਬਚਨਾਂ ਦਾ ਭਾਵ ਗੁਰੂ ਨਾਨਕ ਸਾਹਿਬ ਦਾ ਲਿਖਣ ਦਾ ਇਹ ਹੈ ਕਿ ਤੁਸੀਂ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ। ਤੁਸੀਂ ਇਹਨਾਂ ਗੱਲਾਂ 'ਚ ਨਹੀਂ ਪੈਣਾ, ਤੁਸੀਂ ਇਸ ਭਰਮ 'ਚ ਨਹੀਂ ਪੈਣਾ। ਤਾਂ ਤੁਹਾਨੂੰ ਅਸੀਂ ਬਾਰ-ਬਾਰ ਦੱਸਦੇ ਹਾਂ, ਪਾਤਸ਼ਾਹ ਕਹਿੰਦੇ ਵੀ ਅਸੰਖਾਂ ਹੀ ਧਾਰਮਿਕ ਲੋਕ ਨੇ ਜਿਹੜੇ ਗਲ ਵੱਢ ਦਿੰਦੇ, ਜਿਨ੍ਹਾਂ ਨੇ ਲੋਕਾਂ ਦਾ ਬਾਟ ਖੋਟੀ ਕੀਤੀ ਹੈ, ਜਿਨ੍ਹਾਂ ਨੇ ਲੋਕਾਂ ਨੂੰ ਭਰਮ 'ਚ ਪਾਇਆ। ਤੁਸੀਂ ਭਰਮ 'ਚ ਨਹੀਂ ਪੈਣਾ। ਜੇ ਤੁਹਾਨੂੰ ਕੋਈ ਇਹੋ ਜਿਹਾ ਧਾਰਮਿਕ ਬੰਦਾ ਮਿਲਦਾ ਵੀ ਹੈ, ਤੁਸੀਂ ਉਹਦੇ ਨਾਲ ਬੈਠ ਕੇ ਵਿਚਾਰ ਜ਼ਰੂਰ ਕਰੋ, ਡਰੋ ਨਾ। ਕੁਛ ਨਹੀਂ ਹੋਣ ਲੱਗਿਆ, ਕੋਈ ਉਹ ਬਰ ਸਰਾਪ ਨਹੀਂ ਦਿੰਦਾ। ਹਾਂ, ਇੰਨਾ ਕੁ ਹੋ ਸਕਦਾ ਕਿ ਉਹ ਤੁਹਾਨੂੰ ਬੁਲਾਉਣੋਂ ਛੱਡ ਦੇਵੇ, ਤੁਹਾਨੂੰ ਸਰੀਰ ਕਰਕੇ ਕਟਾ ਸਕਦਾ, ਮਰਵਾ ਸਕਦਾ। ਸਰੀਰ ਨੂੰ ਤਾਂ ਕੁਛ ਉਹ ਕਰ ਸਕਦਾ, ਪਰ ਉਹ ਆਤਮਾ ਨੂੰ ਕੁਛ ਨਹੀਂ ਕਰ ਸਕਦਾ। ਐਡਾ ਬਲੀ ਕੋਈ ਨਹੀਂ ਦੁਨੀਆ ਦੇ ਉੱਪਰ ਕਿ ਕੋਈ ਕਿਸੇ ਦੀ ਆਤਮਾ ਨੂੰ ਕੁਛ ਕਰ ਦੇਵੇ। ਆਤਮਾ ਆਪਣੇ ਆਪ 'ਚ ਹੈ, ਇੰਡੀਪੈਂਡੈਂਟ ਹੈ। ਆਤਮਾ ਨੂੰ ਤਾਂ ਸੱਚਖੰਡ ਵਾਲੇ ਵੀ ਕੁਛ ਨਹੀਂ ਕਰ ਸਕਦੇ, ਨਾਲੇ ਉੱਥੋਂ ਹੀ ਆਈ ਹੋਈ ਹੈ। ਇਹ ਆਤਮਾ ਦੀ ਖੁਦ ਦੀ ਆਪਣੀ ਮਰਜ਼ੀ ਹੈ, ਇੱਥੋਂ ਵਾਪਸ ਜਾਣਾ ਜਾਂ ਨਹੀਂ ਜਾਣਾ। ਨਾ ਤਾਂ ਇਹਨੂੰ ਸੱਚਖੰਡ 'ਚੋਂ ਕੋਈ ਇੱਥੇ ਤੱਕ ਲਿਆ ਸਕਦਾ, ਨਾ ਇੱਥੋਂ ਕੋਈ ਲਿਜਾ ਸਕਦਾ। ਗੁਰਬਾਣੀ 'ਚ ਇੱਕ ਵੀ ਬਚਨ ਨਹੀਂ ਆਉਂਦਾ। ਇਹ ਆਤਮਾ ਦੀ ਆਪਣੀ ਮਰਜ਼ੀ ਹੈ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਕਹਿੰਦੇ ਜਦੋਂ ਮੈਂ ਜਾਣ ਲਿਆ ਮੇਰਾ ਮਨ ਉਦੋਂ ਮੰਨਿਆ, ਪਹਿਲਾਂ ਨਹੀਂ ਮੰਨਿਆ। ਇਹਦਾ ਮਤਲਬ ਕਬੀਰ ਸਾਹਿਬ ਕਹਿੰਦੇ ਮਨ ਮੰਨ ਹੈ, ਕਹਿੰਦੇ ਜਦੋਂ ਮੇਰਾ ਮਨ ਮੰਨ ਗਿਆ। ਮਨ ਮੰਨ ਹੈ ਲੋਗ ਨਾ ਭਤੀਜਾ, ਕਹਿੰਦੇ ਲੋਕ ਨਹੀਂ ਖੁਸ਼ ਹੁੰਦੇ ਨਾ ਹੁਣ। ਨਾ ਭਤੀਜਾ ਤੋ ਕਿਆ ਕੀਜਾ, ਕਹਿੰਦੇ ਮੈਨੂੰ ਕੀ ਹੈ ਨਹੀਂ ਮੰਨਣ। ਮੇਰਾ ਮਨ ਮੰਨਿਆ, ਮੈਂ ਕਿਸੇ ਨੂੰ ਮਨਾਉਣਾ ਨਹੀਂ ਹੈ। ਮੈਨੂੰ ਪਤਾ ਲੱਗ ਗਿਆ ਕਿ ਅਸਲੀਅਤ ਆ ਹੈ, ਤੇ ਜੇ ਕੋਈ ਮੈਨੂੰ ਪੁੱਛਦਾ ਮੈਂ ਦੱਸ ਦਿੰਦਾ ਵੀ ਭਾਈ ਅਸਲੀਅਤ ਆ ਹੈ। ਇਹਦੇ ਵਿੱਚ ਖੋਟ ਕੱਢ ਕੇ ਦਿਖਾ ਫਿਰ ਜਾਂਦਾ। ਜੇ ਤੈਨੂੰ ਲੱਗਦਾ ਵੀ ਮੇਰੀ ਗੱਲ 'ਚ ਕੋਈ ਕਮੀ ਹੈ ਤਾਂ ਮੇਰੇ ਸਾਹਮਣੇ ਰੱਖ, ਤੇ ਜੇ ਨਹੀਂ ਕਮੀ ਤੇਰੀ ਮਰਜ਼ੀ ਆ ਮੰਨਣਾ ਨਾ ਮੰਨਣਾ। ਪਰ ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਤੂੰ ਇਹਨੂੰ ਮੰਨ। ਤਾਂ ਹੀ ਪੰਡਤ, ਵਿਦਵਾਨ, ਜੋਗੀ, ਬ੍ਰਾਹਮਣ, ਕਾਜੀ, ਮੁੱਲਾ ਪਾਤਸ਼ਾਹੀਆਂ ਦੇ ਮੂਹਰੇ ਚੁੱਪ ਸੀ। ਉਹ ਕਹਿੰਦੇ ਵੀ ਸਾਡੀ ਗੱਲ 'ਚ ਕਮੀ ਦੱਸੋ, ਤੁਸੀਂ ਕੀ ਹੈ। ਉਹ ਕਹਿੰਦੇ ਸੀ ਵੀ ਕਮੀ ਕੋਈ ਨਹੀਂ, ਗੱਲ ਬਿਲਕੁਲ ਤੁਹਾਡੀ ਸਹੀ ਹੈ, ਪਰ ਅਸੀਂ ਮੰਨਣੀ ਨਹੀਂ। ਉਹ ਕਹਿੰਦੇ ਹਾਂ ਇਹ ਤਾਂ ਹੈ। ਫਿਰ ਸਾਡੇ ਤੇ ਤਾਂ ਨਾ ਕੋਈ ਇਲਜ਼ਾਮ ਲੱਗੂਗਾ। ਸਿੱਧਾਂ ਨਾਲ ਪਾਤਸ਼ਾਹ ਨੇ ਗੋਸ਼ਟ ਕੀਤੀ
ਕੱਲੇ ਕੱਲੇ ਸਵਾਲ ਦਾ ਉਹਨਾਂ ਦਾ ਜਵਾਬ ਦਿੱਤਾ, ਹਰ ਇੱਕ ਗੱਲ ਨੂੰ ਬੜੇ ਠਰੰਮੇ ਨਾਲ ਜਵਾਬ ਦਿੱਤਾ ਪਾਤਸ਼ਾਹੀਆਂ ਨੇ, ਪਰ ਉਹ ਨਹੀਂ ਮੰਨੇ ਸਿੱਧ। ਪਰ ਰੋਸ ਵੀ ਨਹੀਂ ਕੀਤਾ ਗੁਰੂ ਨਾਨਕ ਸਾਹਿਬ ਨੇ ਵੀ ਮੈਂ ਤੁਹਾਨੂੰ ਇੰਨੇ ਜਵਾਬ ਦਿੱਤੇ, ਇੰਨਾ ਤੁਹਾਡੇ ਨਾਲ ਵਿਚਾਰ ਕੀ, ਤੁਸੀਂ ਮੰਨਦੇ ਕਿਉਂ ਨਹੀਂ? ਉਹ ਕਹਿੰਦੇ ਵੀ ਠੀਕ ਹੈ, ਤੁਹਾਡੀ ਆਪਣੀ ਖੁਸ਼ੀ, ਅਸੀਂ ਤੁਹਾਨੂੰ ਮਨਾਉਣ ਨਹੀਂ ਆਏ, ਅਸੀਂ ਖੁਦ ਮੰਨ ਗਏ। ਸਾਨੂੰ ਪਰਮੇਸ਼ਰ ਨੇ ਹੁਕਮ ਕਰਤਾ ਵੀ ਤੁਸੀਂ ਇਹ ਗੱਲ ਨੂੰ ਲੋਕਾਂ 'ਚ ਦੱਸੋ, ਅਸੀਂ ਦੱਸਤੀ। ਸਾਡਾ ਫਰਜ਼ ਹੈ ਦੱਸਣਾ, ਮੰਨਣਾ ਨਾ ਮੰਨਣਾ ਤੁਹਾਡੀ ਆਪਣੀ ਮਰਜ਼ੀ। ਤੁਹਾਨੂੰ ਸਾਡੇ ਤੇ ਕਿਸੇ ਗੱਲ ਦਾ ਰੋਸ ਹੈ, ਉਹ ਤੁਸੀਂ ਬੈਠ ਕੇ ਦੱਸੋ। ਪਾਤਸ਼ਾਹ ਕਹਿੰਦੇ ਰੋਸ ਨਾ ਕੀਚੈ ਉੱਤਰ ਦੀਜੈ। ਕਹਿੰਦੇ ਰੋਸ ਕਾਹਦੇ ਕਰਦੇ ਹੋ, ਉੱਤਰ ਦਿਓ। ਰੋਸ ਨਾ ਕਾਹੂ ਸੰਗ ਕਰੋ ਆਪਣਾ ਆਪ ਵਿਚਾਰ। ਫਿਰ ਤੁਸੀਂ ਸਾਡੇ ਨਾਲ ਰੋਸ ਕਾਹਦੇ ਕਰਦੇ, ਆਪਣੇ ਆਪ ਨੂੰ ਵਿਚਾਰ ਲਓ ਵੀ ਜੇ ਅਸੀਂ ਕੋਈ ਗੱਲ ਗਲਤ ਕਹੀ ਹੈ ਤਾਂ ਦੱਸ ਦਿਓ। ਤੁਹਾਡੀ ਹਾਲਤ ਇਹੋ ਜਿਹੀ ਨਹੀਂ। ਹੇ ਮੇਰੇ ਮਨ, ਅੱਜ ਗੁਰੂ ਗ੍ਰੰਥ ਸਾਹਿਬ ਜੀ ਤੈਨੂੰ ਨਹੀਂ ਦੱਸਦੇ ਵੀ ਤੇਰੀ ਹਾਲਤ ਇਹੋ ਜਿਹੀ ਹੈ? ਜਦ ਤੇਰੀ ਹਾਲਤ ਦਾ ਤੈਨੂੰ ਪਤਾ ਵੀ ਇਹੋ ਜਿਹੀ ਹੈ, ਫਿਰ ਤੂੰ ਰੋਸ ਨਹੀਂ ਕਰ ਸਕਦਾ ਕਿ ਜੀ ਗੁਰਬਾਣੀ ਗਲਤ ਕਹਿੰਦੀ ਹੈ, ਇੱਕਣ ਤਾਂ ਬਹੁਤ ਔਖਾ ਹੈ। ਆਤਮਾ ਆਪਣੇ ਆਪ ਦੇ ਵਿੱਚ ਆਪ ਹੀ ਹੈ। ਖੁਦ ਜੀਵ ਦਾ ਮਨ ਮੰਨੇ। ਜਦੋਂ ਮਨ ਮੰਨਦਾ, ਆਤਮਾ ਮੰਨਦੀ ਹੈ, ਸੱਚ ਚਾਹੁੰਦੀ ਹੈ, ਤਾਂ ਜਿਹੜਾ ਇਹਦਾ ਆਤਮਾ ਦਾ ਮੂਲ ਹੈ ਉਹ ਇਹਦੀ ਮਦਦ ਬਹੁਤ ਕਰਦਾ ਹੈ। ਇਹ ਗੱਲ ਦੀ ਗੁਰਬਾਣੀ ਦੇ ਵਿੱਚ ਗਰੰਟੀ ਹੈ। ਪਰ ਇਹਦਾ ਮਨ ਮੰਨੇ, ਇਹ ਆਪ ਚਾਹੇ ਵੀ ਮੈਨੂੰ ਇਹ ਚੀਜ਼ ਚਾਹੀਦੀ ਹੈ। ਜਦੋਂ ਇਹ ਨਿਸ਼ਕਪਟ ਹੋ ਕੇ ਆਪਣੇ ਮੂਲ ਨਾਲ ਜੁੜਨਾ ਚਾਹੁੰਦਾ ਤਾਂ ਮੂਲ ਇਹਨੂੰ ਆਪਣੇ ਨਾਲ ਜੋੜ ਵੀ ਲੈਂਦਾ। ਔਰ ਜਦੋਂ ਆਤਮਾ ਆਪਣੇ ਮੂਲ ਨਾਲ ਜੁੜ ਜਾਂਦੀ ਹੈ, ਪ੍ਰਾਤਮਾ ਨਾਲ ਜੁੜ ਜਾਂਦੀ ਹੈ, ਇੱਕ ਹੋਣ ਦੀ ਦੇਰੀ ਹੈ, ਤਾਂ ਉਸੇ ਵੇਲੇ ਜਿਹੜਾ ਸੱਚਖੰਡ ਆ, ਉਹਦਾ ਜਿਹੜਾ ਹੁਕਮ ਹੈ, ਇਹਨੂੰ ਮਾਇਆ 'ਚ ਚੱਕ ਕੇ ਬਾਹਰ ਲੈ ਜਾਂਦਾ। ਜਿਵੇਂ ਬੰਦਾ ਸਮੁੰਦਰ ਦੇ ਵਿੱਚ ਜਾਂ ਦਰਿਆ ਵਗਦਾ, ਵਗਦੇ ਦਰਿਆ ਦੇ ਵਿੱਚ ਛਾਲ ਮਾਰੇ ਤਾਂ ਪਾਣੀ ਹੜਾ ਕੇ ਲੈ ਜਾਂਦਾ। ਬੰਦੇ ਨੂੰ ਕੋਈ ਜ਼ੋਰ ਮਾਰ ਦੀ ਲੋੜ ਨਹੀਂ, ਪਾਣੀ ਆਪ ਹੀ ਲੈ ਜਾਂਦਾ ਖਿੱਚ ਕੇ। ਇਸੇ ਤਰ੍ਹਾਂ ਹੁਕਮ ਹੈ। ਜਦੋਂ ਸੁਰਤ ਹੁਕਮ ਦੇ ਵਿੱਚ ਜਾ ਕੇ ਟੱਚ ਕਰਦੀ ਹੈ ਤਾਂ ਹੁਕਮ ਇਹਨੂੰ ਬਾਹਰ ਲੈ ਜਾਂਦਾ। ਸ਼ਬਦ ਸੁਰਤ ਭਵ ਸਾਗਰ ਤਰੀਐ। ਸ਼ਬਦ ਤੋਂ ਬਿਨਾਂ ਕੋਈ ਤਾਰ ਕੇ ਨਹੀਂ ਲਿਜਾ ਸਕਦਾ। ਗੁਰਬਾਣੀ ਨਹੀਂ ਮੰਨਦੀ, ਸੰਸਾਰ 'ਚ ਗੱਲਾਂ ਬੜੀਆਂ ਪ੍ਰਚਲਿਤ ਨੇ। ਸੋ ਹੇ ਮੇਰੇ ਮਨਾ, ਇਸ ਗੱਲ ਦੀ ਗੁਰਬਾਣੀ ਤੇ ਭਰੋਸਾ ਰੱਖ ਕੇ ਵਿਚਾਰ ਕਰ ਕਿ ਅਸੰਖ ਗਲ ਵੱਢ ਹੱਤਿਆ ਕਮਾਏ। ਤੇਰੇ ਅੰਦਰੋਂ ਵੀ ਬੇਅੰਤ ਗੱਲਾਂ ਸੱਚ ਦੀਆਂ ਪੈਦਾ ਹੁੰਦੀਆਂ ਨੇ, ਤੂੰ ਉਹਨਾਂ ਨੂੰ ਉੱਥੇ ਹੀ ਖਤਮ ਕਰੀ ਜਾਂਦਾ। ਤੂੰ ਤਾਂ ਗਲ ਹੀ ਵੱਢਦਾ। ਤੂੰ ਸਗੋਂ ਕਮਾਈ ਕਰ। ਜਿੰਨੀ ਤੂੰ ਸੱਚ ਦੀ ਕਮਾਈ ਕਰੇਂਗਾ, ਗੁਰਬਾਣੀ ਦੀ ਕਮਾਈ ਕਰੇਂਗਾ, ਉਨਾ ਹੀ ਤੇਰਾ ਜੀਵਨ ਸ਼ੁੱਧ ਹੁੰਦਾ ਜਾਵੇਗਾ ਤੇ ਉਨਾ ਹੀ ਤੇਰੇ ਉੱਪਰ ਉਸ ਅਕਾਲ ਪੁਰਖ ਦੀ ਮਿਹਰ ਹੁੰਦੀ ਜਾਵੇਗੀ। ਸੋ ਅੱਜ ਦਾ ਇਹ ਪ੍ਰਸੰਗ ਇੱਥੋਂ ਤੱਕ ਸੀ ਜੋ ਗੁਰ ਕਿਰਪਾ ਦੁਆਰਾ ਕੀਤਾ ਗਿਆ। ਅਗਲੀ ਵਿਚਾਰ ਜੋ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।